हेलो एवरीवन वेलकम टू विक्टर्स नॉलेज दिस इज चीनू शर्मा ਤੇ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਿਆਦਾ ਡਿਮਾਂਡਡ ਟੌਪਿਕ ਉੱਤੇ ਡਿਸਕਸ਼ਨ ਕਰਨ ਜਾ ਰਹੀ ਹਾਂ ਸੋ ਮੈਂ ਇੱਕ ਵੀਡੀਓ ਪਾਈ ਸੀ ਜਿਹੜੀ ਉਹ ਵੀਡੀਓ ਸੀ ਉਹ ਅਵੇਅਰਨੈਸ ਆਫ ਇਸ਼ੂਜ਼ ਕੰਸਰਨਿੰਗ ਡਾਇਵਰਸਿਟੀ ਐਥਿਕਸ ਵਲਨਰੇਬਲ ਸੈਕਸ਼ਨਸ ਇਸ ਟੌਪਿਕ ਦੇ ਉੱਤੇ ਵੀਡੀਓ ਸੀ ਤੇ ਜਿਹੜਾ ਇਹ ਟੌਪਿਕ ਹੈ ਇਹ ਆਉਣ ਵਾਲਾ ਪੰਜਾਬ ਸਬ ਇੰਸਪੈਕਟਰ ਐਗਜ਼ਾਮ ਹੈ ਜਿਹੜਾ ਉਹਦੇ ਵਿੱਚ ਦਿੱਤਾ ਹੋਇਆ ਤੇ ਬਹੁਤ ਸਾਰੇ ਸਟੂਡੈਂਟਸ ਕਨਫਿਊਜ਼ ਸੀ ਕਿ ਅਸੀਂ ਇਹਦੀ ਤਿਆਰੀ ਕਿਵੇਂ ਕਰੀਏ ਸੋ ਮੈਂ ਇਹਦੇ ਤੇ ਥਿਊਰੀ ਦੀ ਆਲਰੇਡੀ ਵੀਡੀਓ ਪਾ ਚੁੱਕੀ ਹਾਂ ਪਰ few students were still confused ਕਿ ਅਸੀਂ ਇਹਦੇ ਵਿੱਚੋਂ ਐਗਜ਼ਾਮ ਦੇ ਵਿੱਚ ਕੁਐਸਚਨਸ ਕਿਸ ਤਰ੍ਹਾਂ ਦੇ ਪ੍ਰਿਪੇਅਰ ਕਰੀਏ ਸੋ ਤੁਹਾਨੂੰ ਕੁਐਸਚਨਸ ਦਾ ਆਈਡੀਆ ਦੇਣ ਦੇ ਲਈ ਕਿ ਆਪਾਂ ਨੇ ਇਸ ਟੌਪਿਕ ਜਿਹੜਾ ਕਿ ਥੋੜਾ ਥਿਓਰੈਟੀਕਲ ਟੌਪਿਕ ਹੈ ਇਹਦੇ ਵਿੱਚੋਂ ਕਿਸ ਤਰ੍ਹਾਂ ਦੇ MCQ ਪ੍ਰਿਪੇਅਰ ਕਰਕੇ ਜਾਣੇ ਨੇ ਸੋ ਵੈਸੇ ਤਾਂ ਇਹ ਟੌਪਿਕ ਜਨਰਲ ਹੈ ਜੇ ਤੁਹਾਨੂੰ ਕਨਸੈਪਟ ਸਮਝ ਆ ਗਿਆ ਤਾਂ ਉੱਥੇ ਜਿਹੜਾ ਮਰਜ਼ੀ ਕੁਐਸਚਨ ਆ ਜਾਵੇ ਚਾਹੇ ਸਿਚੁਏਸ਼ਨ ਬੇਸਡ ਜਾਂ ਕੋਈ ਵੀ ਤੁਹਾਨੂੰ ਜਨਰਲ ਆ ਜਾਵੇ ਤਾਂ ਤੁਸੀਂ ਜੇ ਤੁਹਾਨੂੰ ਮੀਨਿੰਗ ਪਤਾ ਹੈ ਤੁਹਾਨੂੰ ਬੇਸਿਕ ਚੀਜ਼ਾਂ ਦਾ ਪਤਾ ਹੈ ਤਾਂ ਤੁਸੀਂ ਉੱਥੇ ਆਨਸਰ ਕਰ ਸਕਦੇ ਹੋ ਸੋ ਅੱਜ ਮੈਂ ਤੁਹਾਡੇ ਨਾਲ ਕੁਝ 12-13 MCQ ਡਿਸਕਸ ਕਰਨ ਜਾ ਰਹੀ ਹਾਂ ਸੋ ਜਿਹਦੇ ਨਾਲ ਤੁਹਾਨੂੰ ਆਈਡੀਆ ਲੱਗ ਜਾਊਗਾ ਕਿ ਅਸੀਂ ਥਿਊਰੀ ਪੜ੍ਹਨ ਤੋਂ ਬਾਅਦ ਇਸ ਟੌਪਿਕ ਨੂੰ ਤਿਆਰ ਕਿਵੇਂ ਕਰਕੇ ਜਾਣਾ ਹੈ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੋ ਫਰਸਟ ਕੁਐਸਚਨ ਆਪਣਾ ਬਣਦਾ ਹੈ ਇਸ ਟੌਪਿਕ ਦੇ ਵਿੱਚੋਂ the multicultural diversity of Indian society means ਕਹਿੰਦੇ ਜਿਹੜਾ ਇੰਡੀਆ ਦੇ ਵਿੱਚ ਇੰਨੇ ਭਿੰਨ-ਭਿੰਨ ਤਰ੍ਹਾਂ ਦੇ ਲੋਕ ਨੇ ਡਾਇਵਰਸਿਟੀ ਹੁੰਦੀ ਹੈ ਭਿੰਨਤਾ ਤੇ ਇੰਨੇ ਵੱਖ ਤਰ੍ਹਾਂ ਦੇ ਕਲਚਰ ਨੂੰ ਫੋਲੋ ਕਰਨ ਵਾਲੇ ਲੋਕ ਨੇ ਆਪਾਂ ਦੇਖਦੇ ਆ ਆਪਾਂ ਜਸਟ ਬਾਹਰ ਨਿਕਲਣ ਦੀ ਜ਼ਰੂਰਤ ਆ ਆਪਾਂ ਨੂੰ ਮਾਰਕੀਟ ਦੇ ਵਿੱਚ ਆਪਾਂ ਦੇਖਾਂਗੇ ਆਪਾਂ ਨੂੰ ਆਪਣੇ ਤੋਂ ਵੱਖ ਤਰ੍ਹਾਂ ਦੇ ਲੋਕ ਦਿਖ ਰਹੇ ਨੇ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਜਾਓ ਤਾਂ ਤੁਹਾਨੂੰ ਅਲੱਗ ਤਰ੍ਹਾਂ ਦੇ ਲੋਕ ਦਿਖਣਗੇ ਜਾਂ ਤੁਸੀਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਓ ਕੋਈ ਮੈਟਰੋ ਸਿਟੀ ਜਿਵੇਂ ਦਿੱਲੀ ਮੁੰਬਈ ਈਵਨ ਤੁਸੀਂ ਚੰਡੀਗੜ੍ਹ ਜਾਓ ਤਾਂ ਉੱਥੇ ਤੁਹਾਨੂੰ ਬਹੁਤ ਤਰ੍ਹਾਂ ਦੇ ਲੋਕ ਦਿਖਣਗੇ ਮਤਲਬ ਕਿ ਉੱਥੇ ਤੁਹਾਨੂੰ 4 5 ਜਾਂ ਈਵਨ 6 7 ਬਹੁਤ ਮਲਟੀਕਲਚਰਲ ਡਾਇਵਰਸਿਟੀ ਦੇ ਲੋਕ ਦਿਖਣਗੇ ਸੋ ਤੁਹਾਨੂੰ ਇਹ ਲੱਗੂਗਾ ਕਿ ਇਹ ਸਾਰੇ ਲੋਕ ਸਾਡੇ ਤੋਂ ਅਲੱਗ-ਅਲੱਗ ਨੇ ਕਹਿੰਦੇ ਕਾਰਨ ਕੀ ਹੈ ਕਿ ਇੰਡੀਆ ਦੇ ਵਿੱਚ ਇੰਨੀ ਅੱਡ-ਅੱਡ ਤਰ੍ਹਾਂ ਦੇ ਲੋਕ ਰਹਿੰਦੇ ਨੇ ਸੋ ਪਹਿਲਾ ਕਾਰਨ ਮਲਟੀ ਰਿਲੀਜਨ ਕਿ ਅੱਡ-ਅੱਡ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ ਉਰੇ ਦੂਜਾ ਮਲਟੀਲਿੰਗੁਅਲ ਮਤਲਬ ਕਿ ਲੋਕਾਂ ਦੀ ਭਾਸ਼ਾ ਲੈਂਗੁਏਜ ਅਲੱਗ ਹੈ ਤੇ ਤੀਜਾ ਕਾਰਨ ਇਨਫਲੂਐਂਸ ਆਫ ਦਾ ਵੈਸਟਰਨ ਕਲਚਰ ਕਹਿੰਦੇ ਜਿਹੜਾ ਫੋਰਨ ਦਾ ਪ੍ਰਭਾਵ ਇੰਡੀਆ ਦੇ ਵਿੱਚ ਕਈ ਲੋਕਾਂ ਨੂੰ ਦੇਖਣ ਨੂੰ ਮਿਲਦਾ ਹੈ ਸੋ ਉਹ ਕਾਰਨ ਹੈ ਕਿ ਇੰਡੀਆ ਦੇ ਵਿੱਚ ਕੁਝ ਲੋਕ ਆਪਣੇ ਆਪ ਨੂੰ ਵੈਸਟਰਨ ਕਲਚਰ ਨੂੰ ਫੋਲੋ ਕਰਕੇ ਵੀ ਚੱਲਦੇ ਨੇ ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਡੀ ਆਲ ਦੀ ਅਬਵ ਸੋ ਇੰਡੀਆ ਜਿਹੜਾ ਕਿ ਇੱਕ ਮਲਟੀ ਕਲਚਰਲ ਡਾਇਵਰਸਿਟੀ ਹੈ ਉਹਦਾ ਕਾਰਨ ਕੀ ਹੈ ਕਿ ਉਰੇ ਅਲੱਗ-ਅਲੱਗ ਧਰਮਾਂ ਦੇ ਲੋਕ ਨੇ ਅਲੱਗ-ਅਲੱਗ ਬੋਲੀ ਦੇ ਲੋਕ ਨੇ ਤੇ ਕੁਝ ਲੋਕ ਵੈਸਟਰਨ ਕਲਚਰ ਨੂੰ ਫੋਲੋ ਕਰਕੇ ਵੀ ਚੱਲਦੇ ਨੇ Second question, what are the reasons due to which many people blindly accept the caste rule and restriction? ਕਹਿੰਦੇ ਕਿਹੜਾ ਇਹ ਜਿਹਾ ਕਾਰਨ ਹੈ ਜਿਹਦੇ ਕਰਕੇ ਅੱਜ ਕੱਲ ਦੇ ਆਪਣੇ ਜਿਹੜਾ ਇੰਨਾ ਮਾਡਰਨ ਟੈਕਨੋਲੋਜੀਕਲੀ ਐਡਵਾਂਸ ਜ਼ਮਾਨਾ ਆ ਗਿਆ ਉਹਦੇ ਵਿੱਚ ਵੀ ਕੁਝ ਲੋਕ ਆਪਣੀ ਜਿਹੜੀ ਧਰਮ ਨੂੰ ਲੈ ਕੇ ਕੱਟੜਤਾ ਹੈ ਆਰਥੋਡਾਕਸ ਹੈ ਉਹਨੂੰ ਛੱਡਦੇ ਨਹੀਂ ਸੋ ਇਹਦਾ ਪਹਿਲਾ ਕਾਰਨ ਮਾਡਰਨਾਈਜੇਸ਼ਨ B custom and orthodox belief C the hereditary occupation of the people especially in rural area kept alive the caste system ਜਾਂ option D both B and C ਸੋ ਇਹਦਾ ਸਹੀ ਉੱਤਰ ਹੈ ਉਰੇ option D both B and C ਕਿਉਂਕਿ ਮਾਡਰਨਾਈਜੇਸ਼ਨ ਤਾਂ ਹੋ ਹੀ ਨਹੀਂ ਸਕਦਾ ਜੇ ਲੋਕਾਂ ਦੇ ਵਿਚਾਰ ਮਾਡਰਨ ਹੋਣਗੇ ਤਾਂ ਉਹ ਕੱਟੜਤਾ ਵਿੱਚ ਕਿਉਂ ਬਿਲੀਵ ਕਰਨਗੇ ਜੇ ਲੋਕ ਇੰਨੇ ਜ਼ਿਆਦਾ ਰੈਸ਼ਨਲ ਥਿੰਕਿੰਗ ਦੇ ਹੋਣਗੇ ਕਿ ਕੋਈ ਕਾਸਟ ਛੋਟੀ ਵੱਡੀ ਨਹੀਂ ਹੈ ਕੋਈ ਜਾਤ ਪਾਤ ਛੋਟੀ ਵੱਡੀ ਨਹੀਂ ਹੈ ਜਿਵੇਂ ਆਪਾਂ ਆਪਣੀ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਨੇ ਡੀਪਲੀ ਪੂਰਾ ਇਹ ਟੌਪਿਕ ਪੜ੍ਹਿਆ ਹੈ ਕਿ ਕਾਸਟ ਨੂੰ ਲੈ ਕੇ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਸੇ ਜੇ ਲੋਕਾਂ ਦੀ ਲੋਕ ਵਧੀਆ ਜਾਗਰੂਕ ਨੇ ਉਹਨਾਂ ਦੀ ਮਾਡਰਨ ਸੋਚ ਹੈ ਤਾਂ ਉਹ ਕਦੇ ਵੀ ਕਾਸਟ ਰੂਲਸ ਨੂੰ ਲੈ ਕੇ ਕੱਟੜਤਾ ਨਹੀਂ ਦਿਖਾਉਣਗੇ ਸੋ ਕਹਿੰਦੇ ਇਹਦਾ ਕਾਰਨ ਦੋ ਹੋ ਸਕਦੇ ਨੇ ਜਾਂ ਤਾਂ ਲੋਕਾਂ ਦੇ ਕੁਝ ਇਹੋ ਜਿਹੇ ਲੋਕ ਇਹੋ ਜਿਹੀਆਂ ਫੈਮਲੀਜ਼ 'ਚ ਰਹਿੰਦੇ ਨੇ ਕਿ ਜਿਹੜੀਆਂ ਫੈਮਲੀਜ਼ ਪੀੜ੍ਹੀ ਦਰ ਪੀੜ੍ਹੀ ਪੁਰਾਣੇ ਜ਼ਮਾਨੇ ਤੋਂ ਹੈਰੀਡਿਟਰੀ ਹੀ ਇਸ ਤਰ੍ਹਾਂ ਦੇ ਬਿਲੀਫ ਕੱਟੜਤਾ ਨੂੰ ਅਪਣਾਉਂਦੇ ਆਉਂਦੇ ਨੇ ਕਿ ਜਿਹੜੇ ਉਹਨਾਂ ਦੇ ਅੱਗੇ ਦੇ ਆਉਣ ਵਾਲੇ ਬੱਚੇ ਨੇ ਚਾਹੇ ਉਹ ਮਾਡਰਨ ਜ਼ਮਾਨੇ ਦੇ ਬੱਚੇ ਨੇ ਉਹ ਵੀ ਇਸ ਚੀਜ਼ ਨੂੰ ਐਜ਼ ਅ ਕਸਟਮ ਐਜ਼ ਆਪਣੀ ਫੈਮਿਲੀ ਦਾ ਇੱਕ ਰੂਲ ਮੰਨ ਕੇ ਚੱਲਦੇ ਨੇ ਤੇ ਇਸੇ ਲਈ ਉਹ ਕਈ ਵਾਰੀ ਕੱਟੜਤਾ ਦਿਖਾਉਂਦੇ ਨੇ ਕਿਉਂਕਿ ਜਿਹੜੀ ਚੀਜ਼ ਬੱਚਿਆਂ ਨੂੰ ਸਿਖਾਈ ਜਾਓ ਪੇਰੈਂਟਸ ਤੋਂ ਆਊਗੀ ਉਹੀ ਚੀਜ਼ ਅੱਗੇ ਬੱਚੇ ਫੋਲੋ ਕਰਦੇ ਨੇ ਸੋ ਤੀਜਾ ਕਾਰਨ ਹੋ ਸਕਦਾ ਹੈ ਆਕੂਪੇਸ਼ਨ ਕਹਿੰਦੇ ਸਪੈਸ਼ਲੀ ਪੇਂਡੂ ਖੇਤਰਾਂ 'ਚ ਦੇਖਿਆ ਗਿਆ ਹੈ ਵੀ ਕਈ ਵਾਰੀ ਕੀ ਹੁੰਦਾ ਕੁਝ ਲੋਕਾਂ ਦੀ ਉਹਨਾਂ ਦੀ ਜਾਤ ਪਾਤ ਦੇ ਬੇਸਿਸ ਦੇ ਉੱਤੇ ਹੀ ਉਹਨਾਂ ਨੂੰ ਆਕੂਪੇਸ਼ਨ ਜੌਬ ਦਿੱਤੀ ਜਾਂਦੀ ਹੈ ਸੋ ਕਹਿੰਦੇ ਉਹਨਾਂ ਦਾ ਕੰਮ ਹੀ ਇਹੋ ਜਿਹਾ ਹੈ ਕਿ ਉਹਨਾਂ ਦੀ ਜਾਤ ਹੈ ਜਿਹੜੀ ਕਾਸਟ ਹੈ ਉਹਨਾਂ ਦੇ ਨਾਲ ਚੱਲਦੀ ਰਹਿੰਦੀ ਹੈ ਸੋ ਜਿਵੇਂ ਆਪਾਂ ਨੇ ਕਈ ਵਾਰੀ ਦੇਖਿਆ ਕਿ ਪਿੰਡਾਂ ਜਿਵੇਂ ਲੰਬੜਦਾਰ ਵਗੈਰਾ ਹੁੰਦੇ ਨੇ ਉਹ ਸਾਰੇ ਹਾਈ ਕਾਸਟ ਦੇ ਹੁੰਦੇ ਨੇ ਸੋ ਉਹਨਾਂ ਦੇ ਨਾਲ ਇੱਕ ਨਾਮ ਜੁੜ ਗਿਆ ਇੱਕ ਕੰਮ ਜੁੜ ਗਿਆ
ਤੇ ਦੂਜੇ ਪਾਸੇ ਕਈ ਅਜਿਹੇ ਛੋਟੀ ਲੋਅਰ ਕਾਸਟ ਦੇ ਲੋਕ ਨੇ ਜਿਨ੍ਹਾਂ ਨੂੰ ਉਸ ਟਾਈਪ ਦਾ ਕੰਮ ਦਿੱਤਾ ਜਾਂਦਾ ਹੈ। ਸੋ ਕਹਿੰਦੇ ਕਈ ਜਗ੍ਹਾ ਤੇ ਹੈਰੀਡਿਟਰੀ ਆਕੂਪੇਸ਼ਨ ਕਾਰਨ ਬਣਦੀ ਹੈ ਕੱਟੜਤਾ ਦਾ, ਤੇ ਕਈ ਜਗ੍ਹਾ ਤੇ ਕਸਟਮ ਤੇ ਕੱਟੜ ਜਿਹੜੇ ਬਿਲੀਫ ਨੇ ਆਰਥੋਡਾਕਸ ਨੇਚਰ ਹੈ ਉਹ ਕਾਰਨ ਬਣਦੀ ਹੈ। So third is identify the social and economic groups which are most vulnerable to poverty in India। ਕਹਿੰਦੇ ਕਿਹੜੇ ਇਹ ਜਿਹੇ social ਤੇ economic group ਨੇ। ਆਪਾਂ ਨੇ ਕੀ ਪੜਿਆ ਸੀ vulnerable category ਦੇ ਅੰਦਰ, ਇੱਕ structure vulnerable ਦਾ ਆਪਾਂ ਨੇ topic ਪੜਿਆ ਸੀ, ਉਹਦੇ ਵਿੱਚ ਆਪਾਂ ਨੇ ਕੁਝ categories ਪੜੀਆਂ ਸੀ। ਸੋ ਕਹਿੰਦੇ ਕਿਹੜੇ ਲੋਕ ਨੇ ਜਿਹੜੇ ਕਿ weaker sections ਨੇ, ਜਿਹੜੇ ਕਿ ਜ਼ਿਆਦਾ risk ਤੇ ਨੇ। vulnerable ਦਾ ਮਤਲਬ ਹੁੰਦਾ risk, ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ ਗਰੀਬੀ ਦੇ ਵਿੱਚ ਆਉਣ ਦਾ। So first is scheduled caste with government job। SC category ਦੇ ਲੋਕ ਜਿਨ੍ਹਾਂ ਕੋਲ ਸਰਕਾਰੀ ਨੌਕਰੀ ਹੈ ਉਹ ਗਰੀਬ ਹੋ ਸਕਦੇ ਨੇ। B scheduled tribe household, ST category ਦੇ ਘਰੇ ਰਹਿਣ ਵਾਲੇ ਲੋਕ। C independent working women, ਇੱਕ strong job ਜਿਹਨੂੰ ਮਿਲੀ ਹੋਵੇ, ਕੰਮ ਕਰਦੀ ਹੋਈ ਔਰਤ। ਜਾਂ D physically fit old age people enjoying pension benefit। ਸੋ ਆਪਾਂ ਨੇ ਜਦੋਂ ਵੀ ਕੋਈ ਆਨਸਰ ਕਰਨਾ ਹੈ ਉਹਦਾ ਇੱਕ ਵਰਡ ਪੜ੍ਹ ਕੇ ਉਹਨੂੰ ਧਿਆਨ ਨਾਲ ਐਨਾਲਾਈਜ਼ ਕਰਕੇ ਆਨਸਰ ਕਰਨਾ ਹੈ। ਸੋ ਡੀ ਆਪਸ਼ਨ ਦਾ ਮਤਲਬ ਹੈ ਕਿ 올ਡ ਏਜ ਦਾ ਬੰਦਾ ਹੈ ਪਰ ਉਹ ਫਿਜ਼ੀਕਲੀ ਵੀ ਫਿੱਟ ਹੈ ਤੇ ਉਹਨੂੰ ਪੈਨਸ਼ਨ ਵੀ ਲੱਗੀ ਹੋਈ ਹੈ। ਸੋ ਕੀ ਇਹ ਪੂਅਰ ਹੋ ਸਕਦਾ ਹੈ? ਸੋ ਇਹਦਾ ਸਹੀ ਉੱਤਰ ਹੈ ਆਪਸ਼ਨ ਬੀ ਸ਼ਡਿਊਲਡ ਟ੍ਰਾਈਬ ਹਾਊਸਹੋਲਡ। ਸੋ ਉਰੇ ਆਪਾਂ ਨੂੰ ਕਲੀਅਰਲੀ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਕੋਲ ਸਰਕਾਰੀ ਨੌਕਰੀ ਹੈ ਉਹ ਵੀ ਪੂਅਰ ਨਹੀਂ ਹੋ ਸਕਦੇ। ਇੱਕ ਵਰਕਿੰਗ ਵਿਮਨ ਹੈ, ਔਰਤ ਹੈ, ਚਾਹੇ ਉਹ ਕੱਲੀ ਹੈ, ਡਿਵੋਰਸੀ ਹੈ, ਵਿਡੋ ਹੈ, ਪਰ ਜੋ ਵਰਕਿੰਗ ਹੈ, ਇੰਡੀਪੈਂਡੈਂਟ ਹੈ, ਸਟਰੋਂਗ ਹੈ ਤਾਂ ਉਹ ਵੀ ਪੂਅਰ ਨਹੀਂ ਹੋ ਸਕਦੀ। ਡੀ ਜੇ ਕਿਸੇ ਨੂੰ ਪੈਨਸ਼ਨ ਬੈਨੀਫਿਟ ਪ੍ਰੋਪਰ ਇੱਕ ਪੈਸਾ ਆ ਰਿਹਾ ਤਾਂ ਉਹ ਵੀ ਪੂਅਰ ਨਹੀਂ ਹੋ ਸਕਦਾ, ਚਾਹੇ ਉਹ ਕੋਈ 올ਡ ਏਜ ਦਾ ਬੰਦਾ ਹੈ। ਸੋ ਇਹ ਕੈਟੇਗਰੀਜ਼ ਦੇ ਬੰਦੇ ਵਲਨਰੇਬਲ ਨਹੀਂ ਹੋ ਸਕਦੇ। ਚੌਥਾ ਕੁਐਸਚਨ ਹੈ as an officer what will you do to overcome cultural differences in your workplace। ਸੋ ਇਸ ਤਰ੍ਹਾਂ ਦੇ ਸਿਚੁਏਸ਼ਨ ਬੇਸਡ ਕੁਐਸਚਨ ਆਉਣ ਦੇ ਬਹੁਤ ਚਾਂਸਸ ਨੇ ਕਿ ਮੰਨ ਲਓ ਤੁਸੀਂ ਸਬ ਇੰਸਪੈਕਟਰ ਲੱਗ ਗਏ ਤਾਂ ਜੇ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਤੇ ਉੱਥੇ ਜਿਹੜਾ ਤੁਹਾਡਾ ਪੁਲਿਸ ਸਟੇਸ਼ਨ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਜਿਹੜੀ ਤੁਹਾਡੀ ਵਰਕ ਪਲੇਸ ਹੈ, ਉੱਥੇ ਤੁਹਾਨੂੰ ਇਹ ਲੱਗਦਾ ਹੈ ਵੀ ਕੁਝ ਡਿਫਰੈਂਸਿਸ ਆ ਰਹੇ ਨੇ, ਕਈ ਲੋਕ ਕਿਸੇ ਨੂੰ ਉੱਚਾ ਨੀਵਾਂ ਸਮਝ ਰਹੇ ਨੇ ਜਾਂ ਅਲੱਗ-ਅਲੱਗ ਕਲਚਰ ਦੇ ਲੋਕ ਨੇ, ਉੱਥੇ ਕਲਚਰਲ ਡਾਇਵਰਸਿਟੀ ਹੈ। ਸੋ ਤੁਸੀਂ ਜਿਹੜੇ ਉਹ ਲੋਕਾਂ ਦੇ ਅਲੱਗ-ਅਲੱਗ ਵਿਚਾਰ ਨੇ, ਉੱਥੇ ਕੋਈ ਆਪਸ ਦੇ ਵਿੱਚ ਭੇਦਭਾਵ ਆ ਰਿਹਾ ਹੈ, ਉਹਨੂੰ ਦੂਰ ਕਰਨ ਦੇ ਲਈ ਤੁਸੀਂ ਐਜ਼ ਐਨ ਆਫਿਸਰ ਕੀ ਕਰੋਗੇ? ਸੋ ਇਹਦਾ ਫਰਸਟ ਆਪਸ਼ਨ ਹੈ will try to teach diversity awareness concept, B will ignore the situation, C will punish your junior ਜਾਂ D none of the above। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ A will try to teach diversity awareness concept। ਸੋ ਆਪਾਂ ਨੇ ਥਿਊਰੀ ਦੇ ਅੰਦਰ ਦੂਜੀ ਵੀਡੀਓ ਦੇ ਵਿੱਚ ਪੂਰੀ ਡੀਟੇਲ ਦੇ ਵਿੱਚ ਕੀਤਾ ਹੈ ਕਿ ਕਿਹੜੇ-ਕਿਹੜੇ ਸਕਿੱਲ ਨੇ ਜਿਹਨੂੰ ਤੁਸੀਂ ਆਪਣੇ ਅੰਦਰ ਲੈ ਕੇ ਆ ਸਕਦੇ ਹੋ ਡਾਇਵਰਸਿਟੀ ਅਵੇਅਰਨੈਸ ਦੇ ਲਈ। ਸੋ ਤੁਸੀਂ ਜਾਗਰੂਕ ਕਰੋਗੇ ਲੋਕਾਂ ਨੂੰ ਕਿ ਇਹ ਛੋਟੀ ਵੱਡੀ ਕਾਸਟ ਕੋਈ ਉੱਪਰ ਨੀਚੇ ਕੁਝ ਨਹੀਂ ਹੁੰਦਾ, ਸਾਰੇ ਲੋਕ ਬਰਾਬਰ ਨੇ। ਲੋਕਾਂ ਨੂੰ ਉਹਨਾਂ ਦੀ ਪੜ੍ਹਾਈ ਦੇ ਉੱਤੇ ਤੁਸੀਂ ਜੱਜ ਕਰੋ, ਨਾ ਕਿ ਕਿਸੇ ਨੂੰ ਉਹਦੀ ਜਾਤ ਪਾਤ ਤੇ ਜੱਜ ਕਰੋ। ਸੋ ਇਹਦਾ ਆਪਸ਼ਨ ਹੈ A ਕਿਉਂਕਿ ਤੁਸੀਂ ਨਾ ਤਾਂ ਉਸ ਸਿਚੁਏਸ਼ਨ ਨੂੰ ਇਗਨੋਰ ਕਰੋਗੇ, ਇਹ ਵੀ ਤੁਹਾਡੇ ਐਥਿਕਸ ਦੇ ਖਿਲਾਫ ਹੈ, ਨਾ ਤੁਸੀਂ ਆਪਣੇ ਜੂਨੀਅਰਸ ਨੂੰ ਇਸ ਚੀਜ਼ ਲਈ ਪਨਿਸ਼ ਕਰੋਗੇ। ਸੋ ਸਮਝਾਉਣਾ, ਅਵੇਅਰ ਕਰਨਾ ਇਹ ਤੁਹਾਡਾ ਐਜ਼ ਐਨ ਆਫਿਸਰ ਬੈਸਟ ਡਿਊਟੀ ਬਣਦੀ ਹੈ। ਸੋ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਫਿਫਥ ਕੁਐਸਚਨ। ਸੋ ਇਸ ਤਰ੍ਹਾਂ ਦੇ ਸਟੇਟਮੈਂਟਸ ਵਾਲੇ ਕੁਐਸਚਨ ਵੀ ਆ ਸਕਦੇ ਨੇ। Some of the main reasons for biased gender ratio, ਕਹਿੰਦੇ ਜਿਹੜੀ ਫੀਮੇਲ ਮੇਲ ਦੀ ਰੇਸ਼ੋ ਹੈ ਕਿ ਆਪਣੇ ਕੋਲ ਦੇਖਿਆ ਆਪਾਂ ਨੇ ਕਿ ਫੀਮੇਲਸ ਘੱਟ ਨੇ, ਮੇਲਸ ਜ਼ਿਆਦਾ ਨੇ। ਕਹਿੰਦੇ ਜਿਹੜੀ ਰੇਸ਼ੋ ਹੈ ਮੇਲ ਫੀਮੇਲ ਦੀ, ਇਹਦੇ 'ਚ ਇੰਨੇ ਡਿਫਰੈਂਸਿਸ ਨੇ, ਬਾਇਸਡ ਹੈ, ਇਹਦੇ ਕਾਰਨ ਕੀ ਹੋ ਸਕਦੇ ਨੇ? ਸੋ ਪਹਿਲਾ ਕਾਰਨ ਪ੍ਰੈਫਰੈਂਸ ਫॉर ਮੇਲ ਚਾਈਲਡ ਇਨ ਇੰਡੀਅਨ ਸੋਸਾਇਟੀ, ਲੋਕ ਜ਼ਿਆਦਾ ਮੇਲ ਚਾਈਲਡ ਹੀ ਪ੍ਰੈਫਰ ਕਰਦੇ ਨੇ ਕਿ ਸਾਡੇ ਮੇਲ ਬੱਚਾ ਪੈਦਾ ਹੋਵੇ। ਸੈਕਿੰਡ ਪ੍ਰੈਕਟਿਸ ਆਫ ਫੀਮੇਲ ਫਿਟੀਸਾਈਡ, ਸੋ ਕੁੱਖ ਦੇ ਵਿੱਚ ਹੀ ਮਾਰ ਦੇਣਾ। ਥਰਡ ਹਾਈ ਇਨਫੈਂਟ ਮੋਰਟੈਲਿਟੀ ਰੇਟ ਆਫ ਫੀਮੇਲ, ਕੁੜੀਆਂ ਦਾ 1 ਸਾਲ ਤੋਂ ਛੋਟੀ ਉਮਰ ਦੇ ਵਿੱਚ ਜਦੋਂ ਬਰਥ ਹੋਇਆ ਉਹਨਾਂ ਦਾ, ਪੈਦਾ ਹੋਈਆਂ ਨੇ, ਉਹਨਾਂ ਨੂੰ ਇੰਨੀਆਂ ਘੱਟ ਨਿਊਟ੍ਰੀਸ਼ਨ ਦਿੱਤੀ ਜਾਂਦੀ ਹੈ, ਉਹਨਾਂ ਦੀ ਮਦਰ ਨੂੰ ਇੰਨੀ ਘੱਟ ਨਿਊਟ੍ਰੀਸ਼ਨ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਬਹੁਤ ਸਾਰੀਆਂ ਹੈਲਥ ਰਿਲੇਟਡ ਇਸ਼ੂਜ਼ ਆ ਜਾਂਦੀਆਂ ਨੇ ਪੈਦਾ ਹੋਣ ਤੋਂ ਸਾਲ ਦੇ ਅੰਦਰ ਅੰਦਰ ਹੀ, ਤੇ ਇਹੀ ਕਾਰਨ ਬਣਦਾ ਹੈ ਹਾਈ ਇਨਫੈਂਟ ਮੋਰਟੈਲਿਟੀ ਰੇਟ ਆਫ ਫੀਮੇਲਸ ਦਾ। ਡੀ ਮਾਲ ਨਿਊਟ੍ਰੀਸ਼ਨ ਆਫ ਫੀਮੇਲ, ਸੇਮ ਕਿ ਜਿਹੜੀਆਂ ਫੀਮੇਲ ਨੇ, ਈਵਨ ਜਿਹੜੀਆਂ ਅਡੋਲੈਸੈਂਟ ਗਰਲ ਨੇ ਜਿਵੇਂ 12 ਤੋਂ 18 ਸਾਲ ਦੀ ਉਮਰ ਦੀਆਂ, ਉਹਨਾਂ ਨੂੰ
ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਉਹਨਾਂ ਨੂੰ ਇੱਕ ਵਧੀਆ ਨਿਊਟ੍ਰੀਸ਼ੀਅਸ ਡਾਈਟ ਮਿਲੇ, ਕਿਉਂਕਿ ਉਹ ਇਸ ਤਰ੍ਹਾਂ ਦੇ ਟੈਂਡਰ ਏਜ ਦੇ ਵਿੱਚ ਨੇ। ਸੋ ਕਹਿੰਦੇ ਇਹ 4 ਕਾਰਨ ਆਪਾਂ ਨੂੰ ਦਿੱਤੇ ਹੋਏ ਨੇ। ਸੋ ਆਪਾਂ ਨੂੰ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੇ ਮੇਨ ਰੀਜ਼ਨ ਨੇ ਕਿ ਆਪਣੇ ਜਿਹੜੀ ਫੀਮੇਲ ਮੇਲ ਦੀ ਰੇਸ਼ੀਓ ਆ ਉਹ 'ਚ ਇੰਨਾ ਡਿਫਰੈਂਸ ਹੈ। ਸੋ ਆਪਸ਼ਨ A 1 and 2, B 2 and 3, C 1 2 3 4 means all the above, और D 1 and 4। ਸੋ ਇਹਦਾ ਸਹੀ ਉੱਤਰ ਹੈ ਆਪਸ਼ਨ C all the above। ਸੋ ਇਹ ਸਾਰੇ ਕਾਰਨ ਮਿਲ ਕੇ ਬਾਇਸਡ ਜੈਂਡਰ ਰੇਸ਼ੀਓ ਨੂੰ ਬਰਥ ਦਿੰਦੇ ਨੇ। Sixth is India is the secular nation, so no one has right to take advantage of any class of people under the name of superiority or inferiority। ਕਹਿੰਦੇ ਕਿ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਕਨਸਟੀਟਿਊਸ਼ਨ ਸੰਵਿਧਾਨ 'ਚ ਲਿਖਿਆ ਹੋਇਆ ਕਿ ਇੰਡੀਆ ਇੱਕ ਸੈਕੂਲਰ ਨੇਸ਼ਨ ਹੈ। ਤੁਸੀਂ ਕਨਸਟੀਟਿਊਸ਼ਨ ਦੇ ਸਾਰੇ ਫੀਚਰਸ ਜਿਹੜੀ ਮੇਰੀ ਕਨਸਟੀਟਿਊਸ਼ਨ ਐਂਡ ਇਟਸ ਫੀਚਰ ਵੀਡੀਓ ਹੈ ਉਹਦੇ ਵਿੱਚ ਦੇਖ ਸਕਦੇ ਹੋ। ਸੋ ਸੈਕੂਲਰ ਦਾ ਮਤਲਬ ਹੈ ਕਿ ਉਰੇ ਕਿਸੇ ਵੀ ਇੱਕ ਰਿਲੀਜਨ ਨੂੰ ਦੂਜੇ ਰਿਲੀਜਨ ਦੇ ਉੱਪਰ ਨਹੀਂ ਮੰਨਿਆ ਜਾਊਗਾ। ਹਰ ਕਿਸੇ ਨੂੰ ਫਰੀडम ਹੈ, ਲਿਬਰਟੀ ਹੈ, ਆਜ਼ਾਦੀ ਹੈ ਕਿ ਆਪਣਾ ਜਿਹੜਾ ਵੀ ਧਰਮ ਹੈ ਉਹਨੂੰ ਚੰਗੀ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਇੰਜੋਏ ਕਰੇ। ਸੋ ਕਹਿੰਦੇ ਕਿਸੇ ਦੇ ਕੋਲ ਰਾਈਟ ਨਹੀਂ ਕਿ ਕੋਈ ਕਿਸੇ ਨੂੰ ਕਿਸੇ ਦੇ ਧਰਮ ਦੇ ਬੇਸਿਸ ਦੇ ਉੱਤੇ ਵਧੀਆ ਫੀਲ ਕਰਾਵੇ, ਘਟੀਆ ਉੱਚਾ ਨੀਵਾਂ ਫੀਲ ਕਰਾਵੇ, ਸੁਪੀਰੀਅਰ ਇਨਫੀਰੀਅਰ। ਪਰ ਕਹਿੰਦੇ ਫੇਰ ਵੀ ਬਹੁਤ ਸਾਰੇ ਇਹੋ ਜਿਹੇ ਸੈਕਸ਼ਨ ਨੇ ਵਲਨਰੇਬਲ ਸੈਕਸ਼ਨ ਜਿਹੜੇ ਕਿ ਆਪਾਂ ਨੇ ਆਲਰੇਡੀ ਪੜ੍ਹੇ ਨੇ ਆਪਣੀ ਦੂਜੀ ਥਿਓਰੈਟੀਕਲ ਵੀਡੀਓ ਦੇ ਅੰਦਰ। ਕਹਿੰਦੇ ਬਹੁਤ ਸਾਰੇ ਇਹੋ ਜਿਹੇ ਸੈਕਸ਼ਨ ਨੇ ਜਿਨ੍ਹਾਂ ਨੂੰ ਕਾਸਟ ਜਾਤ ਦੇ ਬੇਸਿਸ ਦੇ ਉੱਤੇ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ। ਤੇ ਉਹ ਪ੍ਰੋਬਲਮਸ ਕਿਹੜੀਆਂ-ਕਿਹੜੀਆਂ ਨੇ? Option A, it leads to the violence in the society and loss of property and even the life of untouchable or lower community। ਕਹਿੰਦੇ ਜਦੋਂ ਕਿਸੇ ਨੂੰ ਆਪਾਂ ਜਾਤ ਪਾਤ ਦੇ ਬੇਸਿਸ ਦੇ ਉੱਤੇ ਆਪਾਂ ਡਿਫਰੈਂਸ਼ੀਏਟ ਕਰਦੇ ਹਾਂ, ਉਹਨੂੰ ਟਾਰਗੇਟ ਕਰਦੇ ਹਾਂ, ਤਾਂ ਪਹਿਲੀ ਪ੍ਰੋਬਲਮ ਜਿਹੜੀ ਸਾਹਮਣੇ ਆਉਂਦੀ ਹੈ ਉਹ ਆਉਂਦੀ ਹੈ ਵਾਇਲੈਂਸ ਦੀ। ਜਿੰਨੇ ਵੀ ਛੋਟੀ ਕਾਸਟ ਦੇ ਲੋਕ ਨੇ ਆਪਾਂ ਨੇ ਦੇਖੇ ਕਿ ਮੌਬ ਲਿੰਚਿੰਗ ਵਗੈਰਾ ਦੀ ਪ੍ਰੋਬਲਮ ਦੀ ਕਿੰਨੇ ਡੇਲੀ ਬੇਸਿਸ ਤੇ ਆਪਣੇ ਸਾਹਮਣੇ ਇਸ਼ੂਜ਼ ਆਉਂਦੇ ਨੇ। ਦਲਿਤਸ ਵਗੈਰਾ ਦੇ ਨਾਲ ਰਿਲੇਟਡ ਕਿੰਨੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਸਪੈਸ਼ਲੀ ਯੂਪੀ ਬਿਹਾਰ ਸਾਈਡ। ਸੋ ਕਹਿੰਦੇ ਪਹਿਲਾ ਕਾਰਨ ਹੋ ਸਕਦਾ ਕਿ ਇਹਦੇ ਨਾਲ ਵਾਇਲੈਂਸ ਵੱਧਦੀ ਹੈ ਲੋ ਕਾਸਟ ਲੋਕਾਂ ਦੇ ਅਗੇਂਸਟ। ਦੂਜਾ, ਜਿਹੜੇ ਅਪਰ ਕਲਾਸ ਆਫਿਸਰ ਨੇ ਉਹ ਕਈ ਵਾਰੀ ਜਿਵੇਂ ਕਿਸੇ ਨੂੰ ਲੋਨ ਦੇਣਾ ਹੈ ਜਾਂ ਬੈਂਕਾਂ ਦੇ ਵਿੱਚ ਕੋਈ ਆਪਾਂ ਨੇ ਸਕੀਮ ਪ੍ਰੋਵਾਈਡ ਕਰਵਾਉਣੀ ਹੈ ਜਾਂ ਕੋਈ ਛੋਟੇ ਫਾਰਮਰਸ ਦੀ ਹੈਲਪ ਕਰਨੀ ਹੈ ਔਰ ਫॉर दैट ਮੈਟਰ ਈਵਨ ਜੇ ਕੋਈ ਜੌਬ ਅਪੋਰਚੁਨਿਟੀ ਦੇਣੀ ਹੈ, ਬਹੁਤ ਵਾਰੀ ਦੇਖਿਆ ਗਿਆ ਕਿ ਜਾਤ ਕਾਸਟ ਦੇ ਬੇਸਿਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ। ਸੋ ਇਹ ਪ੍ਰੋਬਲਮ ਵੀ ਫੇਸ ਕਰਨੀ ਪੈ ਸਕਦੀ ਹੈ ਵਲਨਰੇਬਲ ਸੈਕਸ਼ਨਸ ਨੂੰ ਕਾਸਟ ਦੇ ਨਾਮ ਤੇ। ਤੀਜਾ ਆਉਂਦਾ ਹੈ ਫੋਰਸਿੰਗ ਪੀਪਲ ਟੂ ਸਟੇ ਇਨ ਸਲਮ। ਸੋ ਕਹਿੰਦੇ ਲੋਕਾਂ ਨੂੰ ਫੋਰਸ ਕੀਤਾ ਜਾਂਦਾ ਹੈ ਕਿ ਉਹ ਝੁੱਗੀਆਂ ਦੇ ਵਿੱਚ ਹੀ ਰਹਿਣ। ਜਿਹੜੇ ਛੋਟੀ ਕਾਸਟ ਦੇ ਲੋਕ ਨੇ ਸੁਸਾਇਟੀ ਉਹਨਾਂ ਨੂੰ ਆਪਣੇ ਅੰਦਰ ਐਕਸੈਪਟ ਨਹੀਂ ਕਰਦੀ। ਆਪਸ਼ਨ ਡੀ ਆਲ ਦੀ ਅਬਵ। ਸੋ ਇਹਦਾ ਸਹੀ ਆਨਸਰ ਹੈ ਆਪਸ਼ਨ ਡੀ ਆਲ ਦੀ ਅਬਵ। ਇਹ ਸਾਰੇ ਕਾਰਨ ਨੇ, ਇਹ ਸਾਰੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਵਲਨਰੇਬਲ ਸੈਕਸ਼ਨ। ਹੁਣ ਉਰੇ ਵਲਨਰੇਬਲ ਸੈਕਸ਼ਨ 'ਚ ਮੇਨ ਆਉਂਦੇ ਨੇ SC ST ਤੇ ਇਹਦੇ ਵਿੱਚ ਆਉਂਦੀਆਂ ਨੇ ਇੱਕ ਵਿਮਨ ਕਿਹੜੀਆਂ? ਜਾਂ ਤਾਂ ਵਿਡੋਡ ਵਿਮਨ ਜਿਹੜੀਆਂ ਕਿ ਜਿਨ੍ਹਾਂ ਦੇ ਹਸਬੈਂਡ ਦੀ ਡੈਥ ਹੋ ਗਈ, ਫॉर दैट ਮੈਟਰ ਈਵਨ ਜੇ ਕੋਈ ਡਿਵੋਰਸੀ ਵਿਮਨ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਵਿਮਨ ਨੇ ਜਾਂ ਫਿਰ ਕੋਈ ਫਿਜ਼ੀਕਲੀ ਹੈਂਡੀਕੈਪਡ ਹੈ। ਸੋ ਇਹ ਜਿਹੜੀਆਂ ਵਿਮਨ ਨੇ ਇਹ ਕੈਟੇਗਰੀਜ਼ ਨੇ ਆਪਾਂ ਨੇ ਵਲਨਰੇਬਲ ਸੈਕਸ਼ਨ ਦੀਆਂ ਸਾਰੀਆਂ ਕੈਟੇਗਰੀਜ਼ ਥਿਊਰੀ ਦੇ ਅੰਦਰ ਪੜ੍ਹੀਆਂ ਨੇ ਆਲਰੇਡੀ। ਸੋ ਇਹ ਕੈਟੇਗਰੀਜ਼ ਨੂੰ ਮੇਨਲੀ ਕਾਸਟ ਦੇ ਬੇਸਿਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਸਹਿਣੀ ਪੈਂਦੀ ਹੈ ਤੇ ਉਹ ਇਹ 2-3 ਤਰ੍ਹਾਂ ਦੀ ਮੇਨਲੀ ਸਹਿਣੀ ਪੈਂਦੀ ਹੈ। Seventh is what are the social problems that women usually face and which brings them under vulnerable category। ਸੋ ਹੁਣੀ ਆਪਾਂ ਪਿੱਛੇ ਪੜ੍ਹ ਕੇ ਹਟਿਆ ਕਿ women ਨੂੰ ਵੀ ਬਹੁਤ ਵਾਰੀ vulnerable section ਦੇ ਅੰਦਰ ਪਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਸੁਸਾਇਟੀ ਤੋਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਇੱਕ ਔਰਤ ਹੋਣ ਦੇ ਕਰਕੇ। ਤੇ ਉਹ ਮੇਨ ਪ੍ਰੋਬਲਮਸ ਕਿਹੜੀਆਂ ਨੇ? ਆਪਸ਼ਨ A ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ, ਆਪਸ਼ਨ B ਡੋਮੈਸਟਿਕ ਵਾਇਲੈਂਸ ਘਰਾਂ ਦੇ ਵਿੱਚ, ਆਪਸ਼ਨ C ਉਹਨਾਂ ਨੂੰ ਮਾਲ ਨਿਊਟ੍ਰੀਸ਼ਨ ਦੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਪੈਸ਼ਲੀ ਅਡੋਲੈਸੈਂਟ ਗਰਲਸ ਨੇ ਜਿਹੜੀਆਂ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਘਰਾਂ ਦੇ ਵਿੱਚ ਜਿਹੜੇ ਮੇਲ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਬਹੁਤ ਜਗ੍ਹਾ ਤੇ ਦੇਖਿਆ ਗਿਆ ਸਪੈਸ਼ਲੀ ਜਿਹੜੇ ਗ੍ਰੈਂਡ ਪੇਰੈਂਟਸ ਨੇ ਉਹ ਮੇਲ ਚਾਈਲਡ ਨੂੰ ਬਹੁਤ ਵਾਰੀ ਕਰਦੇ ਨੇ। ਬਟ ਅੱਜ ਕੱਲ੍ਹ ਆਪਣੇ ਪੰਜਾਬ ਦੇ ਵਿੱਚ ਤਾਂ ਆਲਮੋਸਟ ਇਹ ਸਿਚੁਏਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ। ਅੱਜ ਕੱਲ੍ਹ ਆਪਾਂ ਨੇ ਦੇਖਿਆ ਕਿ ਜਿੰਨੇ ਵੀ ਆਪਣੇ ਦਾਦਾ ਦਾਦੀ ਜੀ ਨੇ ਸਾਰੇ ਕੁੜੀਆਂ ਹੋਣ ਮੁੰਡੇ ਹੋਣ ਸਾਰਿਆਂ ਨੂੰ ਇਕੁਅਲੀ ਪਿਆਰ ਕਰਦੇ ਨੇ। ਬਟ ਹਜੇ ਵੀ ਕਈ ਫੈਮਲੀਜ਼ ਦੇ ਵਿੱਚ ਇਹ ਪ੍ਰੋਬਲਮ ਹੈਗੀ ਹੈ ਤੇ ਇਹੀ ਕਾਰਨ ਹੈ ਕਿ ਵਿਮਨ ਨੂੰ ਹਜੇ ਵੀ ਵਲਨਰੇਬਲ ਕੈਟੇਗਰੀ ਵਲਨਰੇਬਲ ਸੈਕਸ਼ਨ ਦੇ ਵਿੱਚ ਪਾਇਆ ਜਾਂਦਾ ਹੈ।
सो वल्नरेबल का मतलब है वीकर। सो जब आप SC ST की गल करिए नाल विमेन, चिल्ड्रन ते ओल्ड एज पीपल, ये सारे मेन ने जिहड़े कि वल्नरेबल कैटेगरी दे विच आउंदे ने। सो ਇਹਦੇ ਵਿੱਚ ऑप्शन डी सही है क्योंकि विमेन ਨੂੰ ਇਹ ਤਿੰਨੋਂ ਤਰ੍ਹਾਂ ਦੀਆਂ, ਚਾਹੇ ਉਹ ਘਰ 'ਚ ਨੇ, ਚਾਹੇ ਉਹ ਕੰਮ ਤੇ ਨੇ ਜਾਂ ਉਹਨਾਂ ਦੀ ਹੈਲਥ ਨੂੰ ਲੈ ਕੇ ਹੈ, ਉਹਨਾਂ ਨੂੰ ਹਰ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਨੀ ਹੀ ਪੈਂਦੀ ਹੈ ਸੋਸਾਇਟੀ ਦੇ ਵਿੱਚ। क्वेश्चन डी, हु इज कंसीडर्ड एज पुअर, इन्हां दे विचों पुअर कौन है, गरीब कौन है? ऑप्शन ए लैंडलॉर्ड जिन्हां कोल जमीन है, ऑप्शन बी लैंडलैस लेबरर एक इहो जिहा मजदूर जिहदे कोल कोई लैंड नहीं है, कोई अपनी प्रॉपर्टी नहीं है, ऑप्शन सी रिच फार्मर एक अमीर फार्मर किसान, ऑप्शन डी एक बिजनेसमैन। सो इहदा सीधा सीधा आपां नूं आंसर समझ आ रहा है ऑप्शन बी लैंडलैस लेबरर। ये बहुत इंपॉर्टेंट क्वेश्चन है। सो ये एथिक्स के अंदर इंडियन सोसाइटी टॉपिक के अंदर यूपीएससी विच भी आ चुकी है एंड एनसीईआरटी बेस्ड क्वेश्चन है। 9th is to improve diversity awareness as a skill which measure should not be followed। जदों भी आपां ने कोई MCQ अटैम्प्ट करना है, पहली चीज आपां ने जिहड़ी MCQ करन दे विच हाईलाइट करनी है क्वेश्चन पेपर दे विच, वो इहो जिहा वर्ड करना है कि कोई ये तो नहीं पूछा होया कि एक्सक्लूडेड या इनक्लूडेड या हुण जिवें उरे नॉट है, कई बार आपां जल्दी जल्दी विच पढ़ लैंदे आ कि विच शुड बी फॉलोड। सो इसे चक्कर च काली नहीं करनी, आपां ने हर क्वेश्चन नूं बहुत बरीकी नाल समझना है, स्पैशली जिहड़े इस तरह के क्वेश्चन ने थ्योरैटिकल, क्योंकि एक कंसैप्चुअल बेस ने, जे आपां नूं थ्योरी पता है, आपां अपना दिमाग लगा के उस सिचुएशन दे विच खुद नूं रख के देखांगे तां आपां नूं बहुत आसानी दे नाल ये आंसर अटैम्प्ट हो जाणगे। सो उरे है कि किहड़ी चीज़ डाइवर्सिटी अवेयरनेस दे विच नहीं आउंदी, जिन्ने भी स्किल ने 5-6 स्किल आप ऑलरेडी थ्योरी विच पढ़ चुके हैं। सो इहदे विचों पहला ऑप्शन है फ्रीकुएंट कम्युनिकेशन कि लोकां दे नाल ज़्यादा गलबात करनी, दूजा है अंडरस्टैंड ईच अदर कल्चर एक दूजे दे कल्चर नूं समझना, तीजा अपने बच्चों नूं जागरूक करवाउणा कि जिहड़ी डाइवर्सिटी है उहदे बारे, चौथा डीग्रेड करना ते डिस्क्रिमिनेट करना लो कास्ट दे लोकां नूं। सो इहदा सीधा साफ आंसर है कि किहड़ी चीज़ आपां ने फॉलो नहीं करनी, ऑप्शन डी किसी नूं भी छोटा फील नहीं कराउणा, किसी दे नाल भेदभाव नहीं करना जात पात दे बेसिस ते। 10th, व्हाट डू यू मीन बाय वर्ड एथिक्स। सो तुहानूं इदां दा सीधा सिंपल जा भी क्वेश्चन वो दे सकते हैं। सो एथिक्स का मतलब की है, ऑप्शन ए मॉरल्स, ऑप्शन बी इनडिसेंसी, ऑप्शन सी लीगल नॉर्म या ऑप्शन डी इमोरैलिटी। सो इहदा सीधा सीधा आंसर है मॉरल्स, क्योंकि एथिक्स ते मॉरल्स इन्हां नूं आपां सेम वर्ड की तरह भी यूज करते हैं, सिनोनिम्स की तरह भी यूज करते हैं। एथिक्स का वैसे मतलब की है नैतिक, जिहड़ी भी अपनी नैतिकता है जिहदे बेसिस दे उत्ते आपां कोई सही डिसीजन लैंदे आ, आपां ये देखते हैं कि ये चीज़ सही है कि गलत है, आपां ये नहीं देखते कि यह कानूनी तौर पर सही है कि गलत है। एथिक्स का मतलब है जदों आपां अपने अंदर की आवाज़ सुन के डिसीजन लैंदे आ कि आपां नूं यह अपनी मॉरल वैल्यूज़ के अकॉर्डिंग, जिहड़े आपां नूं अपने पेरेंट्स ने वधिया एक अपब्रिंगिंग की है या जिहड़ी अपनी खुद की सोच समझ है उहदे अकॉर्डिंग ये चीज़ सही है कि गलत है, वो हुंदे ने एथिक्स। 11th is structural discrimination faced by vulnerable groups is based on। आपां ऑलरेडी पढ़ चुके हैं थ्योरी के अंदर कि स्ट्रक्चरल डिस्क्रिमिनेशन की हुंदी है, किस तरह की हुंदी है, किहड़े-किहड़े ग्रुप्स आउंदे ने। सो एक किस चीज़ दे उत्ते बेस्ड हुंदी है, पहला जेंडर, दूजा कास्ट एंड क्लास, तीजा एथनिक डाइवर्सिटी या फोर्थ ऑल दी अबव। सो इसदा सिंपल जा आंसर है ऑल दी अबव। ये सारे जिहड़े फैक्टर्स ने इन्हां दे उत्ते बेस्ड आपां स्ट्रक्चरल डिस्क्रिमिनेशन भेदभाव करदे हां वल्नरेबल ग्रुप दे नाल। 12th is strong dash means you have a high sense of moral and ethical behavior that earns respect of others। सो कहंदे किहड़ी इहो जी चीज़ जरूरी है थोड़े स्ट्रॉन्ग होनी चाहिए है जिहदे कारण जिहड़े थोड़ा बिहेवियर है वो इहो जिहा होवे, थोड़ा सुभाਅ थोड़ी नेचर इहो जी होवे कि हर कोई थोड़ी रिस्पैक्ट करे। तुसी किते भी काम कर रहे हो, तुसी ऑफिसर बन रहे हो कल नूं, तो तुसी इहो जिहे काम करो, तुसी गरीबां दी हैल्प करो, सोशल काम करो अपनी जॉब दे नाल नाल, या थोड़ी जिहड़ी परसनैलिटी है वो इस तरह की होनी चाहिए है कि हर कोई तुहानूं एक तरह का अपना आइडियल मन्ने, थोड़ी रिस्पैक्ट करे। सो कहंदे किहड़ी चीज़ इस रिस्पैक्ट अर्न करन दे लई जरूरी है, ऑप्शन ए कोऑपरेशन, बी कॉन्फिडेंस, सी एटीट्यूड और डी कैरेक्टर।
ਸੋ ਇਹਦਾ ਆਨਸਰ ਹੈ ਆਪਸ਼ਨ ਡੀ ਕੈਰੈਕਟਰ। ਕਹਿੰਦੇ ਆਪਣਾ ਕੈਰੈਕਟਰ ਇੰਨਾ ਸਟਰੋਂਗ ਰੱਖੋ ਕਿ ਹਰ ਕੋਈ ਤੁਹਾਡੇ ਐਥੀਕਲ ਬਿਹੇਵੀਅਰ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਰਿਸਪੈਕਟ ਕਰੇ। ਸੋ ਆਪਣਾ ਅੱਜ ਦਾ ਲਾਸਟ MCQ ਹੈ the term dash refers to principle, value, belief that define right and wrong behavior। ਇਹ ਹੁਣੀ ਆਪਾਂ ਪਿੱਛੇ ਆਲਰੇਡੀ ਡਿਸਕਸ ਵੀ ਕਰ ਚੁੱਕੇ ਆ ਕਿ ਸਹੀ ਨੂੰ ਗਲਤ ਤੋਂ ਤੁਹਾਨੂੰ ਕੌਣ ਦੱਸਦਾ, ਕਿਹੜੀ ਚੀਜ਼ ਹੈ, ਕਿਹੜਾ ਇਹ ਜਿਹਾ ਵਰਡ ਹੈ ਜਿਹੜਾ ਤੁਹਾਨੂੰ ਇਹ ਦੱਸਦਾ ਕਿ ਇਹ ਪਾਰਟਿਕੂਲਰ ਚੀਜ਼ ਹੈ ਤੁਹਾਡੀ ਵੈਲਿਊਜ਼ ਦੇ ਅਕੋਰਡਿੰਗ, ਤੁਹਾਡੇ ਬਿਲੀਫ, ਤੁਹਾਡੇ ਅੰਦਰ ਦੀ ਜਿਹੜੀ ਤੁਹਾਡੀ ਬਿਲੀਫ ਹੈ, ਪ੍ਰਿੰਸੀਪਲਸ ਨੇ ਜਿਹੜੇ ਤੁਹਾਨੂੰ ਤੁਹਾਡੇ ਘਰਦਿਆਂ ਨੇ ਦਿੱਤੇ ਨੇ ਜਾਂ ਤੁਹਾਡੀ ਆਪਣੀ ਮੋਰਲ ਵੈਲਿਊ ਹੈ, ਉਹਦੇ ਅਕੋਰਡਿੰਗ ਤੁਸੀਂ ਜਦੋਂ ਕਿਸੇ ਚੀਜ਼ ਨੂੰ ਸਹੀ ਜਾਂ ਗਲਤ ਤੋਂ ਡਿਫਰੈਂਸ਼ੀਏਟ ਕਰਦੇ ਹੋ ਤਾਂ ਉਸ ਚੀਜ਼ ਦਾ ਨਾਮ ਕੀ ਹੈ? ਸੋ ਉਹਦਾ ਨਾਮ ਹੈ ਆਪਸ਼ਨ ਡੀ ਐਥਿਕਸ। ਸੋ ਜਿਵੇਂ ਮੈਂ ਤੁਹਾਨੂੰ ਥਿਊਰੀ ਦੇ ਅੰਦਰ ਇੱਕ ਬਹੁਤ ਸਿੰਪਲ ਜਿਹੀ ਐਗਜ਼ਾਮਪਲ ਦਿੱਤੀ ਸੀ ਐਥਿਕਸ ਦੀ ਕਿ ਜਿਵੇਂ ਕੋਈ ਬਜ਼ੁਰਗ ਸੜਕ ਪਾਸ ਕਰ ਰਿਹਾ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ, ਤੁਸੀਂ ਦੂਰ ਖੜੇ ਦੇਖ ਰਹੇ ਹੋ ਤੇ ਤੁਹਾਨੂੰ ਕੋਈ ਜਲਦੀ ਨਹੀਂ ਹੈ, ਤੁਸੀਂ ਆਰਾਮ ਨਾਲ ਖੜੇ ਹੋ। ਸੋ ਤੁਹਾਡੇ ਐਥਿਕਸ ਤੁਹਾਨੂੰ ਇਹ ਕਹਿ ਸਕਦੇ ਨੇ, ਜੇ ਤੁਹਾਡੇ ਐਥਿਕਸ, ਤੁਹਾਡੀ ਮੋਰਲ ਵੈਲਿਊਜ਼ ਇੰਨੀਆਂ ਵਧੀਆ ਨੇ ਤਾਂ ਤੁਸੀਂ ਜਾਓਗੇ ਤੇ ਉਸ ਬਜ਼ੁਰਗ ਦੀ ਸੜਕ ਪਾਰ ਕਰਵਾਉਣ ਦੇ ਵਿੱਚ ਹੈਲਪ ਕਰੋਗੇ। ਸੋ ਇਹ ਸਿੰਪਲ ਚੀਜ਼ ਹੈ ਐਥਿਕਸ। ਚਾਹੇ ਇਹਦੇ ਪਿੱਛੇ ਕੋਈ ਕਾਨੂੰਨੀ ਸੈਂਕਸ਼ਨ ਨਹੀਂ ਹੈ, ਕੋਈ ਤੁਹਾਨੂੰ ਕਹਿਣ ਨਹੀਂ ਲੱਗਿਆ ਕਿ ਅਸੀਂ ਤੁਹਾਨੂੰ ਜੇਲ੍ਹ 'ਚ ਭੇਜ ਦਾਂਗੇ, ਤੁਸੀਂ ਇੱਕ ਬਜ਼ੁਰਗ ਦੀ ਹੈਲਪ ਕਿਉਂ ਨਹੀਂ ਕੀਤੀ। ਇਹ ਸਿਰਫ ਤੁਹਾਡੀ ਆਪਣੀ ਗੱਲ ਹੈ, ਤੁਸੀਂ ਆਪਣੀ ਪਰਸਨੈਲਿਟੀ ਇਹਦੇ ਤੋਂ ਦਿਖਾਉਂਦੇ ਹੋ ਕਿ ਤੁਸੀਂ ਕਿੰਨੇ, ਤੁਹਾਡੀ ਐਥੀਕਲ ਵੈਲਿਊਜ਼ ਕਿੰਨੀਆਂ ਸਟਰੋਂਗ ਨੇ। ਸੋ ਇਹ ਸੀ ਆਪਣਾ ਅੱਜ ਦਾ ਟੌਪਿਕ। ਆਈ ਹੋਪ ਤੁਹਾਨੂੰ ਹੁਣ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ। ਸੋ ਤੁਸੀਂ ਪਹਿਲਾਂ ਥਿਊਰੀ ਦੀ ਵੀਡੀਓ ਦੇਖਣੀ ਹੈ, ਉਸ ਤੋਂ ਬਾਅਦ ਜਿਹੜੇ ਇਹ 13 MCQ ਨੇ ਇਹ ਅਟੈਂਪਟ ਕਰਕੇ ਦੇਖਣੇ ਨੇ ਤੇ ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਪੂਰਾ ਇਹ ਟੌਪਿਕ ਹੈ ਉਹ ਇਸ ਤੋਂ ਬਾਅਦ, ਇਹ 2 ਵੀਡੀਓਜ਼ ਤੋਂ ਬਾਅਦ ਪੂਰੀ ਡੀਪਲੀ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ। ਸੋ ਥੈਂਕ ਯੂ ਐਂਡ ਕੀਪ ਸਪੋਰਟਿੰਗ ਮਾਈ ਚੈਨਲ ਵਿਕਟਰਸ ਨੌਲੇਜ।